ਗੁਰੂ ਘਰ ਦੇ ਸਮੁੱਚੇ ਪ੍ਰਬੰਧ ਵੱਲੋਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਓ ਸੰਗਤ ਜੀ, ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਜੀ ਉਹਨਾਂ ਨੂੰ 9:20 ਤੱਕ ਆਪ ਜੀਆਂ ਨੂੰ ਕਥਾ ਦੇ ਨਾਲ ਨਿਹਾਲ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਉੱਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਉੱਚ ਭਗਵਾਨਾ। ਗੁਰਪੂਰਾ ਜਿਨ ਸਿਮਰਿਆ, ਸਈ ਪਏ ਨਿਹਾਲ। ਨਾਨਕ ਨਾਮ ਆਰਾਧਨਾ, ਕਾਰਜ ਆਵੈ ਰਾਸ। ਨਾਨਕ ਨਾਮ ਆਰਾਧਨਾ, ਕਾਰਜ ਆਵੈ ਰਾਸ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਬਾਰਕ ਚਰਨਾਂ 'ਚ ਸੁਭਾਏ ਮਾਨ ਸਤ ਸੰਗੀ ਜਨੋ ਮਾਲਕ ਨੇ ਤਰਸ ਕੀਤਾ ਹੈ। ਆਪ ਸਮੂਹ ਸੰਗਤਾਂ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਗੁਰੂ ਗੋਦ ਵਿੱਚ ਬੈਠ ਕੇ ਗੁਰੂ ਮਾਲਕ ਦੇ ਦਰ ਦੀਆਂ ਪਵਿੱਤਰ ਬਾਤਾਂ ਸੁਣ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਅਤੀ ਸਤਿਕਾਰਯੋਗ ਭਾਈ ਬਲਵਿੰਦਰ ਸਿੰਘ ਜੀ ਬਹਿਲਾਂ ਵਾਲੇ, ਜਿਨ੍ਹਾਂ ਨੇ ਬੜੇ ਪਿਆਰ ਨਾਲ ਆਪ ਜੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਾਇਆ ਹੈ। ਆਓ ਸਾਰੀਆਂ ਸੰਗਤਾਂ ਥੋੜ੍ਹੇ ਸਮੇਂ ਵਿੱਚ ਰਹਿ ਕੇ ਗੁਰੂ ਦਾ ਉਪਦੇਸ਼ ਬਹੁਤਾ ਸਿੱਖਣ ਦਾ ਯਤਨ ਕਰੀਏ। ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਵਿੱਤਰ ਦਰ 'ਤੇ ਤੁਸੀਂ ਸੱਜ ਕੇ ਬੈਠੇ ਹੋ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਕ ਪਵਿੱਤਰ ਸ਼ਲੋਕ, ਜਿਹੜੇ ਉਹਨਾਂ ਦੀ ਪਵਿੱਤਰ ਬਾਣੀ 'ਚ ਨੇ, 57 ਸ਼ਲੋਕ ਨੇ, 59 ਸ਼ਬਦ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ, ਜਿਨ੍ਹਾਂ ਦੀ ਟੋਟਲ ਗਿਣਤੀ 116। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇੱਕ ਸ਼ਲੋਕ ਹੈ, ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹ। ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ। ਮਾਲਕ ਸੱਚੀ ਸਰਕਾਰ ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ ਕਰਦੇ, ਜੇ ਆਪਣੀ ਜ਼ਿੰਦਗੀ 'ਚ ਸਦੀਵ ਸੁਖ ਚਾਹੁੰਨਾ ਤੇ ਗੁਰੂ ਦੀ ਸ਼ਰਨ, ਰਾਮ ਦੀ ਸ਼ਰਨ 'ਚ ਚਲਾ ਜਾ। ਜਦੋਂ ਸ਼ਬਦ ਰਾਮ ਗੁਰਬਾਣੀ ਵਿੱਚ ਵਰਤਿਆ ਜਾਂਦਾ ਤੇ ਰਾਮ ਸ਼ਬਦ 2 ਵਾਰਾਂ ਵਰਤਿਆ ਗਿਆ। ਬਹੁਤਾ ਜਿਹੜਾ 99 ਵਾਰ ਤਕਰੀਬਨ ਜਿਹੜਾ ਰਾਮ ਸ਼ਬਦ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਪ੍ਰਥਾਏ ਆਏਗਾ। ਤੇ ਜਿਹੜਾ ਇੱਕ ਰਾਮ ਸ਼ਬਦ ਤੁਸੀਂ ਸਮਝਦੇ ਹੋ, ਜਿਹੜੇ ਸੰਸਾਰਿਕ ਤੌਰ ਤੇ ਅਵਤਾਰ ਦਸ਼ਰਥ ਦੇ ਪੁੱਤਰ ਹੋਏ ਨੇ, ਉਹਦੇ ਬਾਰੇ ਗੁਰੂ ਮਾਲਕ ਬਾਣੀ 'ਚ ਕਹਿਣਗੇ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲక్ష్మణ ਵਿਛੜ ਗਿਆ। ਉਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਹਿਣਗੇ, ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਜੇ ਤੂੰ ਆਪਣੇ ਵੱਲੋਂ ਸੁੱਖ ਚਾਹੁੰਦਾ ਤੇ ਗੁਰੂ ਦੀ ਸ਼ਰਨ 'ਚ ਚਲਾ ਜਾ। ਗੁਰੂ ਦੀ ਸ਼ਰਨ 'ਚ ਜਾ ਕੇ, ਰੱਬ ਦੀ ਸ਼ਰਨ 'ਚ ਜਾ ਕੇ ਤੈਨੂੰ ਅਨੇਕਾਂ ਤਰ੍ਹਾਂ ਦਾ ਸੁੱਖ ਨਸੀਬ ਹੋਵੇਗਾ। ਜਦੋਂ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਹ ਬਚਨ ਪੜ੍ਹਨੇ ਆ, ਮਾਲਕ ਕਹਿਣ ਲੱਗੇ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਅਸਲ 'ਚ ਜਦੋਂ ਗੁਰੂ ਦੀ ਸ਼ਰਨ ਵਿੱਚ ਕੋਈ ਜਾਂਦਾ, ਗੁਰੂ ਦੀ ਸ਼ਰਨ ਦਾ ਭਾਵ ਹੈ, ਜਿਸ ਤਰ੍ਹਾਂ ਤੁਸੀਂ ਹੁਣ ਇਹ ਗੁਰੂ ਦੀ ਬਾਣੀ ਦੇ ਅਨਮੋਲਕ ਮੋਤੀ ਦਾ ਸੁੱਖ ਮਾਣ ਰਹੇ ਹੋ। ਸਦੀਵ ਤੇ ਬੰਦਾ ਗੁਰਦੁਆਰੇ ਨਹੀਂ ਬਹਿ ਸਕਦਾ, ਹਮੇਸ਼ਾ ਤਾਂ ਗੁਰੂ ਦੀ ਸੰਗਤ ਵਿੱਚ, ਗੁਰੂ ਦੀ ਸ਼ਰਨ ਵਿੱਚ ਨਹੀਂ ਪਹੁੰਚ ਸਕਦਾ। ਤੇ ਮਾਲਕ ਤੋਂ ਪੁੱਛੀਏ, ਦਾਤਾ ਜਿਹੜੀ ਤੁਸੀਂ ਸ਼ਰਨ ਦੀ ਭਾਵਨਾ, ਸ਼ਰਨ ਦੇ ਸ਼ਬਦ ਕੇ ਦਾ ਅਰਥ ਭਾਵ ਕੀ ਹੈ? ਮਾਲਕ ਨੇ ਬਾਣੀ ਵਿੱਚੋਂ ਸਮਝਾਇਆ। ਦਾਤਾ ਜੀ ਕਹਿਣ ਲੱਗੇ, ਅਸਲ 'ਚ ਸ਼ਰਨ ਦਾ ਭਾਵ ਹੁੰਦਾ ਹੈ ਗੁਰੂ ਦੀ ਹੋਂਦ ਨੂੰ ਹਰ ਸਮੇਂ ਆਪਣੀ ਜ਼ਿੰਦਗੀ 'ਚ ਪ੍ਰਵਾਨ ਕਰ ਲੈਣਾ। ਸਿੱਖ ਜਿੱਥੇ ਵੀ ਸਫ਼ਰ ਕਰੇ, ਜਿੱਥੇ ਮਰਜ਼ੀ ਆਪਣੇ ਵੱਲੋਂ ਦੂਰ, ਕਿਤੇ ਘਰ ਤੋਂ, ਗੁਰੂ ਦੇ ਘਰ ਤੋਂ ਵੀ ਦੂਰ ਹੋਵੇ, ਮਾਲਕ ਕਹਿਣ ਲੱਗੇ ਸ਼ਰਨ ਦਾ ਭਾਵ ਇਹ ਹੁੰਦਾ, ਜਿਵੇਂ ਅਸੀਂ ਹੁਣ ਭੈ ਭਾਵਨੀ ਵਿੱਚ ਬੈਠੇ ਹਾਂ,
ਇਸੇ ਤਰ੍ਹਾਂ ਗੁਰੂ ਨੂੰ ਆਪਣੇ ਅੰਗ ਸੰਗ ਸਮਝਦਾ ਵੇਖਣਾ। ਜਿਹੜੇ ਬਚਨਾਂ ਨੂੰ ਮਾਲਕ ਬਾਣੀ 'ਚ ਕਹਿੰਦੇ ਨੇ ਸਤਿਗੁਰ ਜਿਹਦੇ ਬਾਰੇ ਮਾਲਕ ਨੇ ਬਾਣੀ 'ਚ ਬਖਸ਼ਿਸ਼ ਕਰਕੇ ਬਚਨ ਵਰਤਾਏ ਨੇ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਜਿਹੜੇ ਮਾਲਕ ਨੇ ਬਾਣੀ 'ਚ ਕਹੇ ਨੇ ਤੈਨੂੰ ਇਸ ਸ਼ਬਦਾਂ ਦਾ ਅਹਿਸਾਸ ਹੋਵੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਕਹਿਣ ਤੋਂ ਮੁਰਾਦ ਗੁਰੂ ਦੀ ਸ਼ਰਨ ਵਿੱਚ ਬੈਠੇ ਹੋਈਏ, ਕੋਈ ਵਿਕਾਰ ਸਾਡੀ ਜ਼ਿੰਦਗੀ 'ਚ ਸਾਨੂੰ ਤੰਗ ਨਹੀਂ ਕਰਦਾ। ਜਿਨ੍ਹਾਂ ਜਗਿਆਸੂਆਂ ਨੇ ਆਪਣੀ ਜ਼ਿੰਦਗੀ 'ਚ ਗੁਰੂ ਦੇ ਸ਼ਬਦ ਦਾ ਪੱਲਾ ਫੜ ਲਿਆ, ਮਾਲਕ ਬਾਣੀ 'ਚ ਕਹਿੰਦੇ ਉਹਨੂੰ ਕਦੇ ਸੰਸਾਰਿਕ ਤੌਰ ਤੇ ਤੱਤੀ ਵਾਹ ਨਹੀਂ ਲੱਗੇਗੀ। ਜਦੋਂ ਤੁਸੀਂ ਬਚਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪੜੋਗੇ, ਮਾਲਕ ਕਹਿੰਦੇ ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਜਦੋਂ ਮੇਰੇ ਗੁਰੂ ਦੇ ਸ਼ਬਦ ਦੀ ਟੇਕ ਕੋਈ ਫੜ ਲੈਂਦਾ, ਸੱਚ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਗੁਰੂ ਨੇ ਉਹਦੀ ਜ਼ਿੰਮੇਵਾਰੀ ਸਿੱਖ ਦੀ ਲਈ ਹੈ। ਇੱਕ ਵਾਰ ਕੋਈ ਸ਼ਬਦ ਆਪਣਾ ਗੁਰੂ ਦਾ ਹਿਰਦੇ 'ਚ ਵਸਾ ਕੇ ਤਾਂ ਦੇਖੇ, ਮਾਲਕ ਕਹਿਣ ਲੱਗੇ ਉਹਨੂੰ ਸੰਸਾਰਿਕ ਤੌਰ ਤੇ ਉਹਦੀ ਤੱਤੀ ਹਵਾ ਵੀ ਨਹੀਂ ਉਹਨੂੰ ਲੱਗਣ ਦਿਆਂਗੇ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖ ਦਿਆ ਏਕਾ ਲਿਵਲਾਈ। ਰਾਖ ਲਿਏ ਤਿਨ ਰੱਖਣ ਹਾਰ ਸਭਿਆਦ ਮਿਟਾਈ। ਤੇ ਮਾਲਕ ਕਹਿਣ ਲੱਗੇ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਜਦੋਂ ਮਾਲਕ ਸੱਚੀ ਸਰਕਾਰ ਜੀ ਕਿਰਪਾ ਸਹਾਇਤਾ ਕਰਨ ਤੇ ਸੰਸਾਰਿਕ ਤੌਰ ਤੇ ਨੂੰ ਕੋਈ ਦੁੱਖ ਤੇ ਤਕਲੀਫ ਨਹੀਂ ਪਹੁੰਚ ਸਕਦੀ। ਹੁਣ ਗੁਰੂ ਦੀ ਸ਼ਰਨ ਦਾ ਤੇ ਪਤਾ ਲੱਗ ਗਿਆ। ਜਿਉਂ-ਜਿਉਂ ਗੁਰੂ ਦੇ ਸ਼ਬਦ ਗੁਰੂ ਦੇ ਘਰ ਵਿੱਚ ਬੰਦਾ ਨਜ਼ਦੀਕ ਆਉਂਦਾ, ਇਹਦੇ ਅੰਦਰ ਇੱਕ ਭਾਵਨਾ ਬਣਦੀ ਰਹਿੰਦੀ ਵੀ ਮੈਂ ਸ਼ਰਨ ਉਹਦੀ ਲਵਾਂ ਜਿਹਦੀ ਸ਼ਰਨ ਲੈ ਕੇ ਮੈਨੂੰ ਸੰਸਾਰਿਕ ਤੌਰ ਤੇ ਜਦੋਂ ਮੰਗਣਾ ਪਏ ਤੇ ਮੈਂ ਉਹਦੇ ਕੋਲ ਮੰਗ ਸਕਾਂ। ਇਹ ਨਾ ਹੋਵੇ ਵੀ ਜਿਹਦੀ ਸ਼ਰਨ ਵਿੱਚ ਮੈਂ ਗਿਆ ਉਹਨੂੰ ਮੈਂ ਜਾ ਕੇ ਮੰਗਾ ਤੇ ਮੈਨੂੰ ਨਿਰਾਸ਼ਤਾ ਨਾ ਕਿਤੇ ਵਰਤਣੀ ਪਏ। ਮਾਲਕ ਕਹਿਣ ਲੱਗੇ ਜਿਹਦੀ ਸ਼ਰਨ ਵਿੱਚ ਤੂੰ ਗੁਰੂ ਦੇ ਘਰ ਵਿੱਚ ਜੁੜ ਗਿਆ ਹੈ, ਸੱਚ ਜਾਣੀ ਜਿਹੜੀ ਸਾਰੀ ਲੁਕਾਈ ਦਾ ਫਿਕਰ ਮੇਰੇ ਮਾਲਕ ਪਰਮਾਤਮਾ ਨੂੰ ਹੈ, ਸੱਚ ਜਾਣੀ ਉਹਦੇ ਗੁਰੂ ਦੇ ਘਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਘਾਟਾ ਨਹੀਂ। ਤਾਂ ਹੀ ਤਾਂ ਬਾਣੀ ਵਿੱਚ ਇੱਕ ਬਚਨ ਗੁਰੂ ਨਾਨਕ ਸਾਹਿਬ ਦਾ ਤੁਸੀਂ ਸਮਝਿਓ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜੀਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਅਗਲੇ ਸ਼ਬਦ ਨੇ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਨੀਤ ਨਵਾਂ ਦਾ ਅਰਥ ਕੀ ਹੁੰਦਾ? ਨੀਤ ਨਵਾਂ ਦਾ ਅਰਥ ਹੈ ਜਦੋਂ ਵੀ ਅਸੀਂ ਗੁਰਦੁਆਰੇ ਗੁਰੂ ਦੇ ਘਰ ਵਿੱਚ ਆਏ, ਅੱਜ ਅਸੀਂ ਮੰਗਿਆ ਮੇਰੇ ਮਾਲਕ ਨੇ ਸਾਡੀ ਅਰਦਾਸ ਨੂੰ ਪ੍ਰਵਾਨ ਕਰ ਲਿਆ। ਸੱਚ ਤਾਂ ਇਹੀ ਹੈ, ਜਿੰਨੀ ਦੇਰ ਤੱਕ ਸਾਡੇ ਅੰਦਰ ਸਵਾਸ ਚੱਲਦੇ ਨੇ ਕਦੇ ਵੀ ਬੰਦੇ ਦੀਆਂ ਆਸਾਂ ਦੀਆਂ ਲਿਸਟਾਂ ਘਟਦੀਆਂ ਨਹੀਂ। ਜਿੰਨੀ ਵਾਰ ਤੁਸੀਂ ਗੁਰਦੁਆਰੇ ਆਓਗੇ, ਸਵੇਰੇ ਅਰਦਾਸ ਕੀਤੀ ਉਹ ਫੁਰਨਾ ਵੱਖਰਾ ਹੈ, ਦੁਪਹਿਰ ਨੂੰ ਆਓਗੇ ਅਰਦਾਸ ਵੱਖਰੀ ਹੈ, ਸ਼ਾਮ ਨੂੰ ਆਓਗੇ ਤੇ ਅਰਦਾਸ ਦੇ ਬੋਲ ਵੱਖਰੇ ਨੇ। ਭਾਵੇਂ ਦਿਹਾੜੀ 'ਚ 100 ਵਾਰਾਂ ਗੁਰੂ ਦੇ ਘਰ ਵਿੱਚ ਆਓ, ਕਦੇ ਵੀ ਗੁਰੂ ਨੇ ਸਾਨੂੰ ਨਿਰਾਸ਼ ਨਹੀਂ ਮੋੜਨਾ, ਕਿਉਂਕਿ ਮੇਰੇ ਦਾਤੇ ਦੇ ਘਰ ਵਿੱਚ ਆਓਗੇ ਤੇ ਗੁਰੂ ਸਦੀਵ ਹੀ ਨਿਤ ਨਵਾਂ। ਉਹਨੇ ਇਹ ਨਹੀਂ ਵਿਚਾਰਨਾ ਵੀ ਇਹ ਤਾਂ ਸਵੇਰੇ ਆਇਆ ਤੇ ਹੁਣ ਸ਼ਾਮ ਨੂੰ ਫਿਰ ਆ ਗਿਆ, ਇਹ ਸ਼ਾਮ ਆਇਆ ਤੇ ਦੁਪਹਿਰ ਨੂੰ ਫਿਰ ਆ ਗਿਆ। ਜਦੋਂ ਵੀ ਕਿਸੇ ਗਰੀਬ ਦੇ ਘਰ ਵਿੱਚ ਅਮੀਰ ਬੰਦਾ ਜਾਏ, ਸੱਚ ਹੈ ਉਹਦੇ ਬੋਲਣ ਦਾ ਅੰਦਾਜ਼ ਵੱਖਰਾ ਹੈ, ਪਰ ਜਦੋਂ ਕੋਈ ਮੰਗਣ ਵਾਲਾ ਮੰਗਤਾ ਕਿਸੇ ਅਮੀਰ ਦੇ ਘਰ ਵਿੱਚ ਜਾਏ, ਹਕੀਕਤ ਤਾਂ ਇਹ ਹੈ ਵੀ ਬੰਦਾ ਸਾਹਮਣੇ ਚੰਗੀ ਤਰ੍ਹਾਂ ਬੋਲ ਵੀ ਨਹੀਂ ਕੱਢਦਾ, ਕਿਸੇ ਨਾਲ ਉਹ ਗੱਲ ਕਰਨ ਦਾ ਵਿਵਹਾਰ ਤਰੀਕਾ ਵੱਖਰਾ ਹੁੰਦਾ। ਕਿਉਂਕਿ ਮਾਲਕ ਨੇ ਬਾਣੀ 'ਚ ਬਚਨ ਕਹੇ ਨੇ, ਮਾਲਕ ਕਹਿਣ ਲੱਗੇ ਜੋ ਨਿਰਦਨ ਸਰਦਨ ਕਹਿ ਜਾਏ। ਜੇ ਗਰੀਬ ਬੰਦਾ ਇੱਕ ਮੰਗਣ ਵਾਲਾ ਅਮੀਰ ਦੇ ਘਰ ਵਿੱਚ ਜਾਏਗਾ, ਆਗੇ ਬੈਠਾ ਪੀਠ ਫਿਰਾਏ, ਉਹ ਬੰਦੇ ਦਾ ਗੱਲ ਕਰਨ ਦਾ ਤਰੀਕਾ ਵੱਖਰਾ। ਨੂੰ ਪਤਾ ਵੀ ਅੱਜ ਵੀ ਆਇਆ, ਕੱਲ ਵੀ ਆਇਆ ਤੇ ਮੰਗਣ ਹੀ ਆਇਆ ਹੋਣਾ, ਕੁਝ ਲੈਣ ਆਇਆ ਮੇਰੇ ਕੋਲੋਂ। ਮਾਲਕ ਕਹਿਣ ਲੱਗੇ ਪਰ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ। ਭਾਵੇਂ ਕਿਸੇ ਨੂੰ ਸੰਸਾਰਿਕ ਤੌਰ ਤੇ ਗਰੀਬ ਬਣਾਇਆ, ਉਹ ਵੀ ਰੱਬ ਪਰਮਾਤਮਾ ਦੀ ਖੇਡ ਹੈ। ਕਿਸੇ ਨੂੰ ਰੱਬ ਨੇ ਸੰਸਾਰ ਦੀਆਂ 4 ਕੌਡੀਆਂ ਦੇ ਦਿੱਤੀਆਂ, ਉਹ ਵੀ ਰੱਬ ਦੀ ਖੇਡ ਹੈ। ਕਦੇ ਵੀ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਇਸ ਤਰ੍ਹਾਂ ਵਿਤਕਰਾ ਨਾ ਕਰ। ਮਾਲਕ ਕਹਿਣ ਲੱਗੇ ਨਿਰਦਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਜਿਹੜੇ ਰੱਬ ਪਰਮਾਤਮਾ ਨੇ ਕਿਸੇ ਨੂੰ ਗਰੀਬ ਤੇ ਕਿਸੇ ਨੂੰ ਅਮੀਰ ਬਣਾਇਆ, ਦੁਨੀਆ ਵਿੱਚ ਲੋਕ ਤਾਂ ਵਿਤਕਰੇ ਕਰਨਗੇ, ਪਰ ਇੱਕ ਮੇਰੇ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿਹੜਾ ਕਦੇ ਵੀ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਸਾਰਿਆਂ ਨੂੰ ਦਾਤਾਂ ਦਿਲ ਖੋਲ ਕੇ ਵਰਤਾਈ ਜਾ ਰਿਹਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਦੀਵਾਨ ਲੱਗਾ ਸੱਚੀ ਸਰਕਾਰ ਹਰਮੰਦਰ ਸਾਹਿਬ ਦੀ ਧਰਤੀ ਤੇ।
ਦਾਤਾਰ ਪਾਤਸ਼ਾਹ ਜੀ ਜੁੜੇ ਨੇ, ਮਾਲਕ ਦੇ ਚਰਨਾਂ 'ਚ ਸੰਗਤਾਂ ਜੁੜੀਆਂ। ਜਿਸ ਤਰ੍ਹਾਂ ਤੁਸੀਂ ਦਰਬਾਰ 'ਚ ਸਜੇ ਬੈਠੇ ਹੋ, ਗੁਰੂ ਦੇ ਘਰ ਵਿੱਚ ਇੱਕ ਸਿੱਖ ਆ ਗਿਆ, ਗਰੀਬ ਜਿਹਾ, ਬੜੀ ਦੂਰੋਂ ਲਾਹੌਰ ਦੀ ਧਰਤੀ ਤੋਂ ਆਇਆ। ਸੱਚੀ ਸਰਕਾਰ ਦੇ ਚਰਨਾਂ ਵਿੱਚ ਕੁਝ ਭੇਟ ਰੱਖਣਾ ਚਾਹੁੰਦਾ ਸੀ, ਪਰ ਗਰੀਬੀ ਨੇ ਬਹੁਤਾ ਵਸ ਨਹੀਂ ਚੱਲਣ ਦਿੱਤਾ। ਕੀ ਉਹਦੇ ਕੋਲ ਇੱਕ ਕੌਡੀਆਂ ਨੇ, 2-4 ਕੌਡੀਆਂ, ਤੇ ਆਪ ਸਿਆਣੇ ਬਜ਼ੁਰਗ ਸਮਝਦੇ ਹੋ ਕੌਡੀ ਦਾ ਕੋਈ ਬਹੁਤਾ ਮੁੱਲ ਨਹੀਂ ਹੁੰਦਾ। 2-4 ਕੌਡੀਆਂ ਲੈ ਕੇ ਉਹਨੂੰ ਪਤਾ ਸੀ ਵੀ ਜਦੋਂ ਵੀ ਗੁਰੂ ਦੇ ਘਰ ਵਿੱਚ ਜਾਈਦਾ ਖਾਲੀ ਹੱਥ ਨਹੀਂ ਜਾਈਦਾ, ਕੁਝ ਨਾ ਕੁਝ ਭੇਟਾ ਲੈ ਕੇ ਗੁਰੂ ਦੇ ਘਰ ਵਿੱਚ ਗੁਰੂ ਦੇ ਚਰਨਾਂ 'ਚ ਰੱਖੀ ਦੀ ਹੈ। ਘਰ ਵਾਲੀ ਨਾਲ ਸਲਾਹ ਕਰਕੇ ਕਹਿਣ ਲੱਗੇ ਵੀ ਕੌਡੀਆਂ ਨੇ, ਹੋਰ ਤਾਂ ਸਾਡੇ ਕੋਲ ਹੈ ਕੱਖ ਨਹੀਂ। ਕੌਡੀਆਂ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ 'ਚ ਰੱਖਣ ਦਾ ਹੀਆ ਨਹੀਂ ਪੈ ਰਿਹਾ। ਸੰਗਤ ਦਰਸ਼ਨ ਦੀਦਾਰ ਕਰ ਰਹੀ ਹੈ। ਮਨ ਸੋਚਾਂ ਬੜੀ ਗਹਿਰਾਈ ਵਿੱਚ ਚਲਾ ਗਿਆ ਵੀ ਜੇ ਕਿਤੇ ਗੁਰੂ ਮਾਲਕ ਨੇ ਆਪਣੇ ਵੱਲੋਂ ਸੰਗਤ ਨੇ ਦੇਖ ਲਿਆ, ਸੰਗਤ ਕੋਈ ਸੋਨਾ ਦਾਨ ਕਰ ਰਹੀ, ਕੋਈ ਚਾਂਦੀ, ਕੋਈ ਪੈਸਾ, ਧਨ ਪਦਾਰਥ ਭੇਟ ਕਰ ਰਹੇ ਨੇ, ਤੇ ਕਿਸੇ ਸੰਗਤ ਨੇ ਦੇਖ ਲਿਆ ਤੇ ਸਿੱਖ ਆਪਣੇ ਜ਼ਿੰਦਗੀ 'ਚ ਸੋਚ ਰਿਹਾ ਹੈ ਵੀ ਦੇਖੋ ਤੇਰਾ ਬਣੇਗਾ ਕੀ, ਤੇਰਾ ਮਜ਼ਾਕ ਨਾ ਕਿਤੇ ਬਣ ਜਾਏ। ਆਖਰ ਹਿੰਮਤ ਕਰਕੇ ਉਹਨੇ ਕੋਡੀ ਸਿੱਖ ਨੇ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਰੱਖ ਦਿੱਤੀ। ਮਾਲਕ ਨੇ ਜਦੋਂ ਕੋਡੀ ਰੱਖੀ ਨਾ, ਸੱਚੀ ਸਰਕਾਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੇ ਹੱਥ ਵਿੱਚ ਇਸ ਕੋਡੀ ਨੂੰ ਲੈ ਲਿਆ। ਕਦੇ ਦਾਤਾ ਜੀ ਸੱਜੇ ਹੱਥ 'ਚ ਫੜਦੇ, ਕਦੇ ਖੱਬੇ ਹੱਥ 'ਚ ਲੈਂਦੇ ਨੇ। ਸਿੱਖਾਂ ਨੇ ਪੁੱਛ ਲਿਆ, ਸਤਿਗੁਰੂ ਅੱਜ ਤੱਕ ਇੱਦਾਂ ਕਦੀ ਪਹਿਲਾਂ ਹੋਇਆ ਨਹੀਂ, ਸੰਗਤ ਬੇਸ਼ੁਮਾਰ ਤੁਹਾਡੇ ਘਰ ਵਿੱਚ ਆਉਂਦੀ ਹੈ, ਪਰ ਕਦੇ ਵੀ ਤੁਸੀਂ ਇਸ ਤਰ੍ਹਾਂ ਕਿਸੇ ਭੇਟਾ ਨਾਲ ਲਗਾਵ ਨਹੀਂ ਕਰਦੇ, ਪ੍ਰੇਮ ਨਹੀਂ ਕਰਦੇ, ਅਜ ਕਾਰਨ ਕੀ? ਮਾਲਕ ਕਹਿਣ ਲੱਗੇ ਇਸ ਸਿੱਖ ਦੀ ਭਾਵਨਾ ਭੇਟਾ ਵਿੱਚ ਹੈ। ਇਸ ਕਰਕੇ ਸਿੱਖ ਨੂੰ ਬਚਨ ਕਹਿੰਦੇ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਸਿੱਖਾ ਦੋਵੇਂ ਹੱਥ ਸੱਚੀ ਸਰਕਾਰ ਨੇ ਮੁਬਾਰਕ ਕਰ ਕਮਲ ਆਪਣੇ ਬੰਦ ਕਰ ਲਏ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਸਿੱਖਾ ਚੇਤੇ ਰੱਖ, ਇੱਕ ਸਾਡੇ ਹੱਥ ਵਿੱਚ ਲੋਕ ਦੇ ਸੁੱਖ ਨੇ, ਭਾਵ ਦੁਨੀਆ ਦੇ ਧਨ ਪਦਾਰਥ ਨੇ, ਜੋ ਤੈਨੂੰ ਚਾਹੀਦਾ ਤੂੰ ਮੰਗ ਲਾ। ਇੱਕ ਸਾਡੇ ਹੱਥ ਵਿੱਚ ਪਰਲੋਕ ਦੇ ਸੁੱਖ ਨੇ, ਰੱਬ ਪਰਮਾਤਮਾ ਦੇ ਘਰ ਦੇ ਸੁੱਖ ਨੇ। ਦੱਸ ਤੈਨੂੰ ਤੇਰੇ ਝੋਲੀ ਵਿੱਚ ਕਿਹੜੀ ਮੁੱਠ ਮੈਂ ਖੋਲ ਦਿਆਂ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਦੋਂ ਬਚਨ ਕਿਹਾ, ਸਿੱਖ ਦੇ ਮਨ 'ਚ ਦੌੜ ਲੱਗ ਗਈ। ਜੇ ਦੁਨੀਆ ਦੇ ਸੁੱਖ ਮੰਗ ਲਏ ਤੇ ਰੱਬ ਪਰਮਾਤਮਾ ਦੇ ਘਰ ਵਿੱਚ ਨਾਮ ਤੋਂ ਬਗੈਰ ਇੱਜ਼ਤ ਨਹੀਂ। ਜੇ ਪਰਲੋਕ ਰੱਬ ਦੇ ਘਰ ਦਾ ਸੁੱਖ ਮੰਗ ਲਿਆ ਤੇ ਦੁਨੀਆ 'ਚ ਧਨ ਤੋਂ ਬਗੈਰ ਇੱਜ਼ਤ ਨਹੀਂ। ਸੰਸਾਰ 'ਚ ਗਰੀਬੀ ਇੱਕ ਬਹੁਤ ਵੱਡਾ ਦੁੱਖ ਹੈ। ਮਨ ਦੀਆਂ ਦੌੜਾਂ ਦੌੜ ਕੇ ਬਹੁਤ ਕੁਝ ਸੋਚ ਗਏ। ਸੱਚੀ ਸਰਕਾਰ ਦੇ ਚਰਨ ਫੜ ਕੇ ਸਿੱਖ ਕਹਿੰਦਾ, ਸਤਿਗੁਰੂ ਤੁਹਾਡੇ ਘਰ ਵਿੱਚ ਕਿਸੇ ਚੀਜ਼ ਦੀ ਘਾਟ ਹੈ? ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਗੁਰੂ ਨਾਨਕ ਸਾਹਿਬ ਦਾ ਘਰ ਹੋਵੇ ਤੇ ਘਾਟ ਕਾਹਦੀ? ਕਹਿਣ ਲੱਗੇ, ਦਾਤਾ ਜੇ ਤਰੁੱਠ ਪਏ ਤੇ ਦੋਵੇਂ ਮੁੱਠਾਂ ਹੀ ਕਿਉਂ ਨਹੀਂ ਖੋਲ ਦਿੰਦੇ? ਮੇਰੀ ਝੋਲੀ ਵਿੱਚ ਤਰਸ ਕਰੋ, ਲੋਕ ਤੇ ਪਰਲੋਕ ਦਾ ਸੁੱਖ ਪਾ ਦਿਓ। ਕੋਲ ਬੈਠੇ ਸਨ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਕਲਮ ਚੁੱਕੀ ਤੇ ਕਵਿਤ ਲਿਖ ਦਿੱਤਾ। ਕਹਿਣ ਲੱਗੇ, ਦੇਖੋ ਮੇਰੇ ਗੁਰੂ ਦਾ ਸੁਭਾਅ ਕਿਸ ਤਰ੍ਹਾਂ ਦਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜੇ ਕਿਤੇ ਸਿੱਖ ਇੱਕ ਕਦਮ ਪੱਟ ਕੇ ਗੁਰੂ ਦੇ ਘਰ ਵਿੱਚ ਆਉਂਦਾ, ਅੱਜ ਤੁਸੀਂ ਮਤ ਸਮਝਿਓ ਵੀ ਸਾਡਾ ਉਦਮ ਸਾਨੂੰ ਆਪਣੇ ਵੱਲੋਂ ਗੁਰੂ ਦੇ ਘਰ ਲੈ ਕੇ ਸਾਨੂੰ ਆਇਆ ਹੈ। ਅਸਲ 'ਚ ਗੁਰੂ ਦਾ ਤਰਸ ਹੈ। ਜਿਹਦੇ ਭਾਗਾਂ ਵਿੱਚ ਗੁਰੂ ਨੇ ਸੰਗਤ ਲਿਖੀ, ਇੱਕ ਭਾਵਨਾ ਕਰਕੇ ਜਦੋਂ ਤੁਸੀਂ ਮਨ ਵਿੱਚ ਰੱਖ ਲਿਆ ਵੀ ਅੱਜ ਮੈਂ ਗੁਰੂ ਦੇ ਦਰਬਾਰ ਵਿੱਚ ਪਹੁੰਚਣਾ, ਸੱਚ ਹਕੀਕਤ ਇਹ ਹੈ ਵੀ ਇੱਕ ਕਦਮ ਤੁਸੀਂ ਪੁੱਟਿਆ, ਕਰੋੜਾਂ ਕਦਮ ਮੇਰੇ ਗੁਰੂ ਨੇ ਚੱਲ ਕੇ ਤੁਹਾਨੂੰ ਆਪਣੀ ਗੋਦ ਵਿੱਚ ਬਿਠਾ ਲਿਆ। ਗੁਰੂ ਮਾਲਕ ਦੀ ਬਾਣੀ ਦੇ ਬੋਲ ਭਾਈ ਗੁਰਦਾਸ ਕਹਿੰਦੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ। ਗੁਰੂ ਨੂੰ ਬੇਸ਼ੁਮਾਰ ਪਦਾਰਥਾਂ ਦੀ ਲੋੜ ਨਹੀਂ। ਜੇ ਬੰਦਾ ਹੰਕਾਰ ਕਰਕੇ ਕਹੇ ਵੀ ਮੇਰੇ ਵਰਗਾ ਦਾਨੀ ਕੋਈ ਨਹੀਂ, ਮਾਲਕ ਕਹਿਣ ਲੱਗੇ ਉਹਨੂੰ ਗੁਰੂ ਨਾਨਕ ਸਾਹਿਬ ਦੇ ਘਰ ਨੇ ਬਿਲਕੁਲ ਆਪਣੇ ਘਰ ਪ੍ਰਵਾਨ ਨਹੀਂ ਕੀਤਾ। ਪਰ ਜਿਨੇ ਭਾਵਨਾ ਕਰਕੇ ਕੌਡੀ ਗੁਰੂ ਦੇ ਘਰ ਵਿੱਚ ਭੇਟ ਕਰ ਦਿੱਤੀ, ਮਾਲਕ ਕੌਡੀ ਲੈ ਕੇ ਉਹਨੂੰ ਕੌਡੀ ਉਹਦੇ ਬਦਲੇ ਨਹੀਂ ਦਿੰਦੇ। ਭਾਈ ਗੁਰਦਾਸ ਜੀ ਕਹਿੰਦੇ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਮਾਲਕ ਤਾਂ ਤਰਸ ਕਰਕੇ ਉਹਦੇ ਆਪਣੇ ਵੱਲੋਂ 9 ਨਿਧੀਆਂ 18 ਸਿੱਧੀਆਂ ਦਾ ਖਜ਼ਾਨਾ ਗੁਰੂ ਨੂੰ ਭੇਟ ਕਰ ਦਿੰਦਾ। ਇੱਕ ਬਚਨ ਤੁਸੀਂ ਹੋਰ ਸਮਝਿਓ, ਗੁਰੂ ਰਾਮਦਾਸ ਮਹਾਰਾਜ ਜੀ ਦਾ ਜਦੋਂ ਤੁਸੀਂ ਇਹ ਸੱਚੀ ਸਰਕਾਰ ਦਾ ਬਚਨ ਰਹਿਰਾਸ ਸਾਹਿਬ ਦੀ ਬਾਣੀ 'ਚ ਪੜ੍ਹਦੇ, ਲੋਕ ਬੜੇ ਯਤਨ ਕਰਦੇ ਨੇ
ਵੀ ਜਿਹੜੀਆਂ 9 ਨਿਧੀਆਂ ਦਾ ਜ਼ਿਕਰ ਜਦੋਂ ਬਾਣੀ ਵਿੱਚ ਆਉਂਦਾ ਤੇ ਲੋਕਾਂ ਦੇ ਮਨ 'ਚ ਬੜੇ ਖਿਆਲ ਨੇ ਵੀ ਸ਼ਾਇਦ 9 ਨਿਧੀਆਂ ਦਾ ਰਸਤਾ ਕੁਝ ਵੱਖਰਾ ਹੋਵੇ, ਵੀ ਬੰਦਾ ਆਪਣੇ ਵੱਲੋਂ ਕਿਸੇ ਨੇ ਸ਼ਮਸ਼ਾਨ ਘਾਟ ਬਹਿ ਕੇ ਕੋਈ ਰਿੱਧੀ ਸਿੱਧੀ ਕਰ ਲੈਣੀ, ਕੋਈ ਜੰਤਰ ਮੰਤਰ ਕਰ ਲੈਣੇ, ਕਹਿਣ ਲੱਗੇ ਵੀ 9 ਨਿਧੀਆਂ ਮਿਲ ਜਾਣ। ਪਰ ਜਦੋਂ ਬਾਣੀ 'ਚ ਤੁਸੀਂ ਬਚਨ ਗੁਰੂ ਨਾਨਕ ਸਾਹਿਬ ਦਾ ਪੜੋਗੇ, ਰਿੱਧੀਆਂ ਸਿੱਧੀਆਂ ਦੇ ਪਿੱਛੇ ਲੱਗ ਕੇ ਕੀਤੀ ਹੋਈ ਬੰਦਗੀ, ਜਪ ਤਪ ਕੀਤਾ, ਬੰਦੇ ਨੂੰ ਰੱਬ ਦੇ ਘਰ 'ਚ ਖੁਆਰ ਕਰਦਾ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਿੱਧ ਸਿੱਧ ਅਵਰਾਂ ਸਾਧ, ਰਿੱਧੀਆਂ ਤੇ ਸਿੱਧੀਆਂ ਰੱਬ ਦੇ ਘਰ ਵਿੱਚੋਂ ਰੱਬ ਦੇ ਰਸਤੇ ਤੋਂ ਭਟਕਾਉਣ ਵਾਲੀਆਂ ਨੇ। ਪਰ ਜਦੋਂ ਮਾਲਕ ਬਾਣੀ 'ਚ ਰਿੱਧੀ ਸਿੱਧੀ ਦੀ ਗੱਲ ਕਰਨਗੇ, ਉਦੋਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤੁਲ ਧਰਿਆ। ਕਰ ਦਾ ਅਰਥ ਹੈ ਹੱਥ। ਮਾਲਕ ਨੇ ਕਹਿਣ ਲੱਗੇ 9 ਨਿਧੀਆਂ 18 ਸਿੱਧੀਆਂ ਜਿਹਦੇ ਪਿੱਛੇ ਲੋਕ ਕਮਲੇ ਹੋਏ ਫਿਰਦੇ ਨੇ। ਅਸਲ 'ਚ ਜਿੰਨੀ ਦੇਰ ਤੂੰ ਮੰਤਰਾਂ ਦਾ ਜਾਪ ਹੋਰ ਉਲਟ ਕੰਮ ਕਰੇਗਾ, ਗੁਰੂ ਦੇ ਦਰ ਤੋਂ ਦੂਰ ਹੋ ਕੇ ਤੇਰੇ ਪੱਲੇ ਕੱਖ ਨਹੀਂ ਪੈਣਾ। ਪਰ ਜਦੋਂ ਮਾਲਕ ਦੀ ਕਿਰਪਾ ਨਾਲ ਗੁਰੂ ਦਾ ਸ਼ਬਦ ਵਸਾ ਲਏਗਾ, ਮਾਲਕ ਕਹਿਣ ਲੱਗੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਪਹਿਲਾਂ ਬੰਦਾ ਰਿੱਧੀਆਂ ਦੇ ਪਿੱਛੇ ਦੌੜਦਾ, ਪਰ ਮਾਲਕ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰੂ ਦਾ ਸ਼ਬਦ ਅੰਦਰ ਵਸਾ ਕੇ ਤਾਂ ਦੇਖ, ਸਤਿਗੁਰ ਤਰਸ ਕਰਨਗੇ 9 ਨਿਧੀਆਂ 18 ਸਿੱਧੀਆਂ ਤੇਰੇ ਚਰਨਾਂ ਦੀਆਂ ਦਾਸੀਆਂ, ਤੇਰੇ ਚਰਨਾਂ ਦੀਆਂ ਗੁਲਾਮ ਬਣ ਜਾਣਗੀਆਂ। ਹੁਣ ਗੁਰੂ ਦੇ ਘਰ ਵਿੱਚੋਂ ਆਵਾਜ਼ ਆਈ ਵੀ ਜੋ ਕੁਝ ਤੂੰ ਮੰਗਣਾ ਮੇਰਾ ਮਾਲਕ ਉਹਨੂੰ ਤਰਸ ਕਰਕੇ ਦੇ ਦਿੰਦਾ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਣੀ 'ਚ ਅਗਵਾਈ ਭਰੀ ਹੈ। ਮਾਲਕ ਕਹਿਣ ਲੱਗੇ ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਮਾਲਕ ਕਹਿੰਦੇ ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਜੋ ਦਾ ਸ਼ਬਦ ਹੈ, ਜੋ ਕੁਝ ਤੂੰ ਮੰਗਣਾ, ਭਾਵੇਂ ਤੇਰੀ ਜ਼ਿੰਦਗੀ ਵਿੱਚ ਆਪਣੇ ਵੱਲੋਂ ਕੋਈ ਦੁਨਿਆਵੀ ਤੌਰ ਤੇ ਤੈਨੂੰ ਪਦਾਰਥਾਂ ਦੀ ਲੋੜ ਹੋਵੇ, ਆਤਮਿਕ ਤੌਰ ਤੇ ਤੈਨੂੰ ਲੋੜ ਹੋਵੇ, ਤੇ ਮਾਲਕ ਤਾਂ ਬਾਣੀ 'ਚ ਜਦੋਂ ਸ਼ਬਦ ਕਹਿਣਗੇ ਮਾਨ ਮੰਗੋ ਤਾਨ ਮੰਗੋ ਧਨ ਲక్ష్ਮੀ ਸੁਤ ਦੇ, ਸਾਡੀ ਜ਼ਿੰਦਗੀ ਦੇ ਰਹਿਬਰ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਦੋਂ ਵੀ ਜ਼ਿੰਦਗੀ 'ਚ ਦੁੱਖ ਬਣੇ ਤੇ ਗੁਰੂ ਦੇ ਘਰ ਵਿੱਚ ਤਰਲਾ ਲੈ, ਸੁੱਖ ਬਣੇ ਤੇ ਕਿਸੇ ਦੇ ਦਰਵਾਜ਼ੇ ਤੇ ਦੌੜਨਾ। ਮਾਲਕ ਦੇ ਘਰ ਵਿੱਚ ਆ ਕੇ ਜਦੋਂ ਬਚਨ ਗੁਰੂ ਰਾਮਦਾਸ ਜੀ ਦਾ ਪੜ੍ਹੇਗਾ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਰੱਬਾ ਮੇਰਾ ਮਾਣ ਤੇ ਤਾਣ ਤੇ ਬਲ ਸਭ ਕੁਝ ਤੂੰ ਹੈ, ਮੈਂ ਤੇਰੇ ਤੋਂ ਬਿਨਾਂ ਕਿਸੇ ਦੇ ਅੱਗੇ ਜਾ ਕੇ ਆਪਣਾ ਨੱਕ ਆਪਣਾ ਮੱਥਾ ਨਹੀਂ ਰੱਖਣਾ। ਕਹਿਣ ਲੱਗੇ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੋ ਬਿਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਜਦੋਂ ਗੁਰੂ ਦੀ ਸ਼ਰਨ 'ਚ ਚਲਾ ਜਾਏਗਾ, ਮਾਲਕ ਤੈਨੂੰ ਸੁੱਖ ਭਰ ਦੇਣਗੇ, ਤੈਨੂੰ ਕਦੇ ਵੀ ਜ਼ਿੰਦਗੀ 'ਚ ਨਿਰਾਸ਼ਤਾ ਨਹੀਂ ਮੋੜਨਗੇ। ਇੱਕ ਬਚਨ ਤੁਸੀਂ ਹੋਰ ਸਮਝਿਓ, ਦੇਖੋ ਸੰਸਾਰ 'ਚ ਬੜੇ ਡਾਕਟਰ ਨੇ, ਦੁਨੀਆ 'ਚ ਇਲਾਜ ਕਰਨ ਵਾਲੇ ਜਿੰਨੇ ਡਾਕਟਰ ਨੇ ਉਨੀਆਂ ਬਿਮਾਰੀਆਂ ਅੱਜ ਕੱਲ੍ਹ ਦੁਨੀਆ 'ਚ ਬਣੀਆਂ ਨੇ। ਪਰ ਦੇਖੋ ਕਦੇ ਇਹ ਨਹੀਂ ਹੁੰਦਾ ਬਈ ਬਿਮਾਰੀ ਕਿੰਨੀ ਹੋਵੇ ਤੇ ਉਹਦੀ ਦਵਾਈ ਇੱਕ ਹੀ ਹੋਵੇ। ਇਹ ਨਹੀਂ ਵੀ ਜੇ ਬੰਦੇ ਨੂੰ ਦੰਦ ਦੀ ਤਕਲੀਫ ਹੈ ਉਹਦੀ ਦਵਾਈ ਵੱਖਰੀ ਹੈ, ਜੇ ਬੰਦੇ ਨੂੰ ਕੁਝ ਹੋਰ ਤਨ ਵਿੱਚ ਰੋਗ ਹੈ ਉਹਦੀ ਦਵਾ ਦਾਰੂ ਵੱਖਰਾ ਪ੍ਰਬੰਧ ਕੀਤਾ ਹੋਇਆ। ਪਰ ਜਦੋਂ ਤੁਸੀਂ ਮਾਲਕ ਦੀ ਬਾਣੀ ਵਿੱਚ ਇਹ ਬਚਨ ਪੜੋਗੇ, ਮਾਲਕ ਕਹਿੰਦੇ ਜੇ ਤੈਨੂੰ ਸੰਸਾਰ ਤੇ ਜਮਾ ਤੋਂ ਡਰ ਲੱਗਦਾ ਤੇ ਗੁਰੂ ਦਾ ਨਾਂ ਜਪ। ਜੇ ਤੈਨੂੰ 4 ਪਦਾਰਥਾਂ ਦੀ ਖਵਾਇਸ਼ ਹੈ, ਸੋਚਣਾ ਵੀ ਸਾਰੀਆਂ ਇੱਛਾ ਤੇਰੀਆਂ ਪੂਰਨ ਹੋ ਜਾਣ, ਮਾਲਕ ਕਹਿੰਦੇ ਸਾਰੇ ਰੋਗਾਂ ਦੀ ਸਾਰੇ ਸੁੱਖਾਂ ਦੀ ਤੈਨੂੰ ਇੱਕ ਹੀ ਦਵਾਈ ਦੇਣ ਲੱਗੇ ਆ। ਬਸ ਭਾਵਨਾ ਕਰਕੇ ਇਸ ਪਾਤਰ ਨੂੰ ਆਪਣੇ ਅੰਦਰ ਤੂੰ ਜਿਹਨ 'ਚ ਵਸਾਈ। ਆਪ ਸੰਗਤਾਂ ਨੂੰ ਇਹ ਸ਼ਬਦ ਬਾਣੀ ਵਿੱਚੋਂ ਚੇਤੇ ਹੈ, ਜਦੋਂ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਕਹਿਣ ਲੱਗੇ 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗੇ ਹੋਮੈ ਛੋਰੈ, ਜੇ ਕੋ ਜਰਨ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਪਰੈ। ਮਾਲਕ ਕਹਿਣ ਲੱਗੇ ਜਿੰਨੇ ਵੀ ਤੈਨੂੰ ਦੁੱਖ ਤਕਲੀਫ ਹੋਣ, ਸਾਰਿਆਂ ਦਾ ਇੱਕ ਹੀ ਰਸਤਾ ਤੈਨੂੰ ਗੁਰੂ ਦੀ ਬਾਣੀ ਦਾ ਦੱਸ ਕੇ ਚੱਲੇ ਆ। ਜਿਹੜਾ ਆਪਣੀ ਜ਼ਿੰਦਗੀ 'ਚ ਗੁਰੂ ਦੇ ਸ਼ਬਦ ਨੂੰ ਵਸਾਏਗਾ,
ਗੁਰੂ ਤਰਸ ਕਰਕੇ ਉਹਦੀ ਜ਼ਿੰਦਗੀ ਵਿੱਚੋਂ ਜਨਮਾਂ ਜਨਮਾਂ ਦੇ ਦੁੱਖ ਤੇ ਜੋ ਕੋਈ ਚਾਹੀਦਾ ਤੈਨੂੰ ਮਿਲ ਜਾਣਾ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸ਼ੋਭਾ ਲੋਰੈ, ਸਾਧ ਸੰਗੈ ਹੋਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾਂ ਕੀ ਸ਼ਰਨੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਜਿਹਨੂੰ ਗੁਰੂ ਦੇ ਸ਼ਬਦਾਂ ਦੀ, ਗੁਰੂ ਨੂੰ ਮਿਲਣ ਦੀ ਤਾਂਘ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਸਭ ਤੋਂ ਉੱਤਮ ਪਦਵੀ ਉਹਨੂੰ ਮਿਲਦੀ ਹੈ ਜਿਹਦੇ ਜ਼ਿੰਦਗੀ ਵਿੱਚ ਗੁਰੂ ਨੂੰ ਮਿਲਣ ਦਾ ਚਾਹ ਪੈਦਾ ਹੋ ਜਾਏ। ਦੋ ਉਦਾਹਰਨਾਂ ਤੁਸੀਂ ਧਿਆਨ ਨਾਲ ਸਮਝਿਓ। ਔਰੰਗਜ਼ੇਬ ਬਾਦਸ਼ਾਹ ਦੇ ਜੀਵਨ ਦੀ ਕਹਾਣੀ 'ਚ ਦੋ ਉਦਾਹਰਨਾਂ ਨੇ। ਇੱਕ ਹੈ ਜਦੋਂ ਬੰਦਾ ਅਕਲਾਂ ਦੇ ਘੋੜੇ ਦੜਾਉਂਦਾ, ਉਹਨੂੰ ਗੁਰੂ ਦੇ ਘਰ ਵਿੱਚੋਂ ਖੁਆਰੀ ਕਿਵੇਂ ਮਿਲਦੀ। ਇੱਕ ਜਿਹੜਾ ਆਪਣੇ ਸ਼ਬਦਾਂ ਨੂੰ, ਆਪਣੇ ਅਕਲ ਨੂੰ ਪਾਸੇ ਰੱਖ ਕੇ ਗੁਰੂ ਦੀ ਸ਼ਰਨ ਨੂੰ ਧਾਰਨ ਕਰ ਲੈਂਦਾ, ਗੁਰੂ ਨੂੰ ਕਿਸ ਮੁਕਾਮ ਤੇ ਪਹੁੰਚਾ ਦਿੰਦਾ। ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜਿਨ੍ਹਾਂ ਦੇ ਘਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਸੁਨੇਹਾ ਗਿਆ, ਦਿੱਲੀ ਦੀ ਧਰਤੀ ਤੋਂ ਔਰੰਗਜ਼ੇਬ ਨੇ ਸੁਨੇਹਾ ਲਿਖਿਆ, ਕਹਿਣ ਲੱਗੇ ਵੀ ਤੁਸੀਂ ਸੱਚੀ ਸਰਕਾਰ ਮਿਹਰ ਕਰਕੇ ਦਿੱਲੀ ਆ ਕੇ ਸਾਡੇ ਅੰਦਰ ਕੁਝ ਸ਼ੰਕੇ ਨੇ, ਉਹਨਾਂ ਸ਼ੰਕਿਆਂ ਨੂੰ ਤੁਸੀਂ ਦੂਰ ਕਰ ਦਿਓ। ਗੁਰੂ ਹਰਿ ਰਾਏ ਸਾਹਿਬ ਮਹਾਰਾਜ ਨੇ ਜਦੋਂ ਸੁਨੇਹਾ ਪੜ੍ਹਿਆ, ਆਪਣੇ ਵੱਡੇ ਲਾਲ ਬਾਬਾ ਰਾਮ ਰਾਏ ਜੀ ਨੂੰ ਆਪਣੇ ਕੋਲ ਬੁਲਾ ਲਿਆ। ਕਹਿਣ ਲੱਗੇ ਪੁੱਤਰ ਰਾਮ ਰਾਏ, ਤੁਹਾਨੂੰ ਦਿੱਲੀ ਹੁਣ ਜਾਣਾ ਪਏਗਾ ਗੁਰੂ ਆਪਣੇ ਵੱਲੋਂ ਔਰੰਗਜ਼ੇਬ ਦੇ ਦਰਬਾਰ 'ਚ। ਉੱਥੇ ਕੁਝ ਸ਼ੰਕੇ ਉਹਨਾਂ ਦੇ ਨੇ, ਸੱਚ ਜਾਣਿਓ ਗੁਰੂ ਦੀ ਬਾਣੀ ਅਨੁਸਾਰ ਲਾਲ ਜੀ ਤੁਸੀਂ ਜਵਾਬ ਦਿਓ। ਜੋ ਤੁਸੀਂ ਬੋਲੋਗੇ ਤੁਹਾਡੀ ਰਸਨਾ ਤੋਂ ਸੱਚ ਨਿਕਲੇਗਾ, ਪਰ ਚੇਤੇ ਰੱਖਿਓ ਖੁਸ਼ਾਮਦ 'ਚ ਆ ਕੇ ਕੋਈ ਐਸਾ ਬਚਨ ਨਾ ਬੋਲਿਓ ਲਾਲ ਜੀ ਜਿਹਦੇ ਕਰਕੇ ਤੁਹਾਡਾ ਤੇ ਸਾਡਾ ਸੰਬੰਧ ਸਦਾ ਲਈ ਟੁੱਟ ਜਾਏ। ਬਾਬਾ ਰਾਮ ਰਾਏ ਨੇ ਮੱਥਾ ਟੇਕਿਆ, ਕਹਿਣ ਲੱਗੇ ਦਾਤਾ ਜਿਵੇਂ ਤੁਹਾਡਾ ਬਚਨ ਅਸੀਂ ਉਹਨੂੰ ਪ੍ਰਵਾਨ ਕਰਾਂਗੇ। ਮੁੱਕਦੀ ਗੱਲ ਜਦੋਂ ਦਿੱਲੀ ਆ ਗਏ, ਜਿੱਥੇ ਗੁਰਦੁਆਰਾ ਮਜਨੂ ਟੀਲਾ ਤੁਸੀਂ ਦਰਸ਼ਨ ਕੀਤੇ ਹੋਣਗੇ, ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੀ ਚਰਨ ਪਏ ਨੇ। ਇੱਥੇ ਮੀਰੀ ਪੀਰੀ ਦੇ ਦਾਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਆਏ ਨੇ। ਸੱਚੀ ਸਰਕਾਰ ਦੀ ਕਿਰਪਾ ਨਾਲ ਬਾਬਾ ਰਾਮ ਰਾਏ ਦਿੱਲੀ ਪਹੁੰਚ ਗਏ। ਔਰੰਗਜ਼ੇਬ ਦੇ ਦਰਬਾਰ 'ਚ ਬੜੀਆਂ ਆਪਸੀ ਵਿਚਾਰਾਂ ਹੋਈਆਂ। ਵਿਚਾਰਾਂ ਕਰਦਿਆਂ ਆਪਣੇ ਵੱਲੋਂ ਪੁੱਛ ਲਿਆ। ਅਚਨਚੇਤ ਹੀ ਔਰੰਗਜ਼ੇਬ ਦੇ ਦਰਬਾਰੀ ਨੇ ਕਹਿਣ ਲੱਗੇ ਬਾਦਸ਼ਾਹ ਸਲਾਮਤ, ਬਾਕੀ ਗੱਲਾਂ ਤੇ ਛੱਡੋ, ਜਿੰਨੀ ਦੇਰ ਤੱਕ ਗੁਰੂ ਦੇ ਸ਼ਬਦ ਦਾ ਧਿਆਨ ਜੋੜ ਕੇ ਬਾਬਾ ਰਾਮ ਰਾਏ ਤੋਂ ਗੱਲਾਂ ਪੁੱਛਦੇ ਰਹੇ, ਜਵਾਬ ਦਿੰਦੇ ਰਹੇ, ਬੜੀ ਗੁਰੂ ਦੀ ਕਿਰਪਾ ਵਰਦੀ ਰਹੀ। ਅਖੀਰ ਤੇ ਜਦੋਂ ਬਾਬਾ ਰਾਮ ਰਾਏ ਨੂੰ ਇਹ ਪੁੱਛ ਲਿਆ, ਕਹਿਣ ਲੱਗੇ ਬਾਦਸ਼ਾਹ ਸਲਾਮਤ ਇਹਨੂੰ ਪੁੱਛੋ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇੱਕ ਪੰਕਤੀ ਹੈ, ਆਸਾ ਦੀ ਵਾਰ ਦਾ ਪਵਿੱਤਰ ਬੋਲ, ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ। ਇਸ ਬਾਣੀ ਦੇ ਇਸ ਪੰਕਤੀ ਦੇ ਅਰਥ ਕੀ ਨੇ? ਬਾਬਾ ਰਾਮ ਰਾਏ ਨੇ ਸੋਚਿਆ ਵੀ ਜੇ ਮੈਂ ਕਿਤੇ ਹਕੀਕਤ 'ਚ ਇਹਨਾਂ ਸ਼ਬਦਾਂ ਨੂੰ ਬਿਆਨ ਕਰਦਿਆਂ, ਸੱਚ ਹੈ ਸਾਡੇ ਦੁਨੀਆ ਦੇ ਲੋਕਾਂ ਦੀ ਇਹ ਆਦਤ ਹੈ, ਬੰਦਾ ਮੂੰਹ ਵੇਖ ਕੇ ਗੱਲ ਕਰਦਾ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਘਰ ਇਸ ਤਰ੍ਹਾਂ ਦਾ ਹੈ, ਜੇ ਮਾਲਕ ਦੇ ਘਰ ਵਿੱਚ ਜੇ ਸੰਸਾਰਿਕ ਤੌਰ ਤੇ ਝੂਠ ਦਾ ਬੰਦੇ ਨੇ ਸਹਾਰਾ ਲਿਆ ਹੋਇਆ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਬਾਬਰ ਦੀ ਵਾਹ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਤੇ ਸਿਧਾਂਤ ਤੇ ਸੱਚ ਸੁਣਾਏ ਸੀ, ਸੱਚ ਕੀ ਬੇਲਾ। ਬਾਬਰ ਨੂੰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜਾਬਰ ਕਹਿ ਕੇ ਸੰਬੋਧਨ ਕਰਨਗੇ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਘਰ ਕਿਸੇ ਦੀ ਪਰਵਾਹ ਨਹੀਂ ਕਰਦਾ। ਬਾਬਾ ਰਾਮ ਰਾਏ ਨੇ ਸੋਚਿਆ ਵੀ ਜੇ ਕਿਤੇ ਇਸ ਪੰਕਤੀ ਦੇ ਅਰਥ ਸਪਸ਼ਟ ਦੱਸਦੇ ਹਾਂ, ਉਸ ਪੰਕਤੀ ਦੇ ਅਰਥ ਬਣਦੇ ਨੇ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ। ਜਦੋਂ ਮੁਸਲਮਾਨ ਸੰਸਾਰਿਕ ਤੌਰ ਤੇ ਉਸ ਦੁਨੀਆ ਚੋਂ ਚਲਾ ਜਾਏ ਤੇ ਕਦੇ ਵੀ ਉਹਦੇ ਪਰਿਵਾਰ ਦੇ ਜਿਹੜੇ ਜੀਅ ਨੇ ਉਹਨੂੰ ਅੱਗ 'ਚ ਆਪਣੇ ਵੱਲੋਂ ਅਗਨ ਭੇਟ ਨਹੀਂ ਕਰਦੇ, ਉਹਨੂੰ ਜ਼ਮੀਨ 'ਚ ਦਫਨਾਇਆ ਜਾਂਦਾ। ਉਹਨਾਂ ਦਾ ਵਿਚਾਰ ਹੈ ਜੇ ਅੱਗ ਵਿੱਚ ਇਹਨੂੰ ਫੂਕ ਦਿਆਂਗੇ ਤੇ ਇਹ ਜਿਹੜਾ ਰੱਬ ਦੇ ਘਰ ਬਹਿਸ਼ਤ ਵਿੱਚ ਨਹੀਂ ਪਹੁੰਚਦਾ, ਨਰਕਾਂ ਦਾ ਭਾਗੀ ਬਣੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਮੰਨ ਲਓ ਕਿਸੇ ਮੁਸਲਮਾਨ ਨੂੰ ਤੁਸੀਂ ਆਪਣੇ ਵੱਲੋਂ ਉਹਨੂੰ ਅੱਗ 'ਚ ਨਹੀਂ ਫੂਕਦੇ, ਪਰ ਕਬਰ 'ਚ ਦਫਨਾ ਦਿੱਤਾ। ਇੱਕ ਘੁਮਿਆਰ ਨੇ ਕਬਰ ਦੀ ਮਿੱਟੀ ਪੁੱਟ ਕੇ ਇੱਟਾਂ ਬਣਾ ਲਈਆਂ, ਇੱਟਾਂ ਬਣਾ ਕੇ ਉਹਨੂੰ ਆਵੇ ਵਿੱਚ ਪਾਇਆ ਤੇ ਜਦੋਂ ਅੱਗ ਵਿੱਚ ਸੁਰਖ ਲਾਲ ਇੱਟ ਹੋਈ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਮੁਸਲਮਾਨ ਨਾਪਾਕ ਹੋ ਜਾਣਾ ਹੈ ਜੇ ਅੱਗ ਵਿੱਚ ਸਾੜ ਦਿੱਤਾ, ਪਰ ਜੇ ਤੁਸੀਂ ਕਬਰ ਦੀ ਮਿੱਟੀ ਜਿਹੜੀ ਘੁਮਿਆਰ ਨੇ ਇੱਟਾਂ ਬਣਾਈਆਂ ਨੇ, ਇੰਜ ਸਾਨੂੰ ਪ੍ਰਤੀਤ ਹੁੰਦਾ ਵੀ ਇਹ ਤਾਂ ਮਿੱਟੀ ਮੁਸਲਮਾਨ ਦੀ ਸੜ ਸੜ ਕੇ ਪੁਕਾਰਾਂ ਕਰੀ ਜਾ ਰਹੀ ਹੈ। ਇਹਦੀ ਦੁਹਾਈ ਤਾਂ ਸੁਣੋ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਦੋਂ ਬੋਲ ਸੁਣੇ ਬਾਬਾ ਰਾਮ ਰਾਏ ਨੇ,
ਕਹਿਣ ਲੱਗੇ ਬਾਦਸ਼ਾਹ ਸਲਾਮਤ, ਅਸਲ 'ਚ ਇਹ ਪੰਕਤੀ ਮਿੱਟੀ ਮੁਸਲਮਾਨ ਕੀ ਨਹੀਂ, ਇਹ ਸ਼ਬਦ ਬੇਈਮਾਨ ਕਾ ਹੈ। ਇਹ ਅਸਲ 'ਚ ਗੁਰੂ ਨਾਨਕ ਸਾਹਿਬ ਮਹਾਰਾਜ ਕੋ ਭੁੱਲ ਹੋਈ ਹੈ। ਜਦੋਂ ਇਹ ਬਚਨ ਬਾਬਾ ਰਾਮ ਰਾਏ ਨੇ ਕਹੇ, ਉਧਰ ਔਰੰਗਜ਼ੇਬ ਬਾਦਸ਼ਾਹ ਨੇ ਬਹੁਤ ਕੁਝ ਦੇ ਦਿੱਤਾ। ਦੇਹਰਾਦੂਨ ਦੀ ਜਗੀਰ ਵੀ ਬਾਬਾ ਰਾਮ ਰਾਏ ਨੂੰ ਮਿਲ ਗਈ। ਆਪਣੇ ਵੱਲੋਂ ਇੱਕ ਤੋਂ ਵੱਧ 72 ਕਰਾਮਾਤ ਦਿਖਾਉਂਦੇ ਚਲੇ ਗਏ। ਤੇ ਜਦੋਂ ਸੁਨੇਹਾ ਦਿੱਤਾ ਗੁਰੂ ਹਰ ਰਾਏ ਸਾਹਿਬ ਮਹਾਰਾਜ 7ਵੇਂ ਪਾਤਸ਼ਾਹ ਨੂੰ, ਸਿੱਖਾਂ ਨੇ ਜਾ ਕੇ ਦਾਤਾ ਆਪ ਜੀ ਦੇ ਪੁੱਤਰ ਬਾਬਾ ਰਾਮ ਰਾਏ ਨੇ ਸਿੱਖੀ ਸਿਧਾਂਤ ਨੂੰ ਬਦਲ ਦਿੱਤਾ। ਉਹਨੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਤੋਹੀਨ ਕਰ ਦਿੱਤੀ ਤੇ ਸੱਚੇ ਭਰੇ ਦਰਬਾਰ 'ਚ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਕਹਿੰਦੇ, ਸੰਗਤ ਜੀ ਅੱਜ ਤੱਕ ਸਾਡਾ ਖੂਨ ਦਾ ਰਿਸ਼ਤਾ ਬਾਬਾ ਰਾਮ ਰਾਏ ਨਾਲ ਸੀ, ਪਰ ਅਸੀਂ ਭਰੀ ਸੰਗਤ 'ਚ ਬਚਨ ਕਰਨੇ ਆ, ਅੱਜ ਤੋਂ ਬਾਅਦ ਅਸੀਂ ਆਪਣੇ ਪੁੱਤਰ ਦਾ ਰਿਸ਼ਤਾ ਨਹੀਂ ਪ੍ਰਵਾਨ ਕਰਦੇ। ਜਿੰਨੀ ਦੇਰ ਤੱਕ ਕੀਰਤਪੁਰ ਸਾਹਿਬ ਸਰੀਰਕ ਤੌਰ ਚੋਲੇ ਵਿੱਚ ਰਵਾਂਗੇ, ਬਸ ਰਾਮ ਰਾਏ ਨੂੰ ਕਹਿ ਦਿਓ ਸਾਡੇ ਮੱਥੇ ਨਾ ਲੱਗੇ। ਇਤਿਹਾਸ ਗਵਾਹ ਭਰਦਾ ਹੈ, ਜਿੰਨੀ ਦੇਰ ਤੱਕ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਸਰੀਰਕ ਜਾਮੇ ਵਿੱਚ ਵਿਚਰੇ ਨੇ, ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਬਾਬਾ ਰਾਮ ਰਾਏ ਨੂੰ ਆਪਣੇ ਮੱਥੇ ਨਹੀਂ ਸੀ ਲਾਇਆ। ਦੂਜੀ ਉਦਾਹਰਨ ਔਰੰਗਜ਼ੇਬ ਬਾਦਸ਼ਾਹ ਦੀ, ਇਹਦੇ ਪੁੱਤਰ ਦਾ ਨਾਮ ਹੈ ਬਹਾਦਰ ਸ਼ਾਹ। ਬਹਾਦਰ ਸ਼ਾਹ ਦਾ ਉਸਤਾਦ ਹੈ ਭਾਈ ਸਾਹਿਬ ਭਾਈ ਨੰਦ ਲਾਲ ਜੀ। ਅੱਜ ਵੀ ਤੁਸੀਂ ਦੇਖੋਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ 'ਚ 10 ਗੁਰੂ ਸਾਹਿਬਾਨਾਂ ਦੀ ਬਾਣੀ, ਭਾਈ ਗੁਰਦਾਸ ਜੀ ਦੇ ਪਵਿੱਤਰ ਬੋਲ, ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਪਵਿੱਤਰ ਬਚਨਾਂ ਤੋਂ ਬਿਨਾਂ ਹੋਰ ਕਿਸੇ ਦਾ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਹੋ ਸਕਦਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਕਹਿਣ ਲੱਗੇ ਉਸਤਾਦ ਨੇ ਬਹਾਦਰ ਸ਼ਾਹ ਦੇ, ਤੇ ਭਾਈ ਨੰਦ ਲਾਲ ਜੀ ਅੱਜ ਦਰਬਾਰ ਵਿੱਚ ਬੈਠੇ ਨੇ। ਜਦੋਂ ਔਰੰਗਜ਼ੇਬ ਬਾਦਸ਼ਾਹ ਦੇ ਕਿਸੇ ਕੁਰਾਨ ਦੇ ਪਵਿੱਤਰ ਉਸ ਗ੍ਰੰਥ ਦੀ ਆਇਤ ਦੇ ਅਰਥ ਕਰਨੇ ਪਏ, ਸਾਰਿਆਂ ਨੇ ਅਕਲਾਂ ਦੇ ਘੋੜੇ ਦੜਾ ਲਏ। ਜਿੰਨੇ ਮੁਸਲਮਾਨ ਉੱਥੇ ਮੰਨੇ ਪਰਮੰਨੇ ਵਿਦਵਾਨ ਸਨ, ਸਭ ਨੇ ਬੜਾ ਵਿਚਾਰਿਆ, ਪਰ ਕਿਸੇ ਦੇ ਕੋਲੋਂ ਉਸ ਆਇਤ ਦੇ ਅਰਥ ਨਾ ਹੋਣ। ਹਿੰਦੂ ਘਰਾਣੇ ਵਿੱਚ ਪੈਦਾ ਹੋਏ ਭਾਈ ਸਾਹਿਬ ਭਾਈ ਨੰਦ ਲਾਲ ਜੀ, ਜਿਨ੍ਹਾਂ ਨੇ ਸੁਭਾਵਕ ਹੀ ਅਰਥ ਕਰਕੇ ਦਿਖਾ ਦਿੱਤੇ। ਜਦੋਂ ਅਰਥ ਔਰੰਗਜ਼ੇਬ ਦੇ ਦਰਬਾਰ 'ਚ ਕੀਤੇ, ਇੱਕ ਤਾਂ ਹਿੰਦੂ, ਇੱਕ ਆਪਣੇ ਵੱਲੋਂ ਉਹਨਾਂ ਦੇ ਗ੍ਰੰਥ ਕੁਰਾਨ ਦੀ ਆਇਤ ਦੇ ਅਰਥ ਕਰਨੇ, ਤੇ ਔਰੰਗਜ਼ੇਬ ਬਾਦਸ਼ਾਹ ਅੰਦਰ ਤੱਕ ਕਲਪ ਗਿਆ। ਕਹਿਣ ਲੱਗੇ ਆਪਣੇ ਪੁੱਤਰ ਨੂੰ ਕਹਿ ਦਿੱਤਾ ਬਹਾਦਰ ਸ਼ਾਹ ਨੂੰ, ਬਹਾਦਰ ਸ਼ਾਹ ਮੈਂ ਨਹੀਂ ਚਾਹੁੰਦਾ ਵੀ ਇੱਕ ਕਾਫਰ ਬੰਦਾ ਇੰਨਾ ਵੱਡਾ ਵਿਦਵਾਨ ਹੋਵੇ, ਜਾਂ ਤਾਂ ਤੁਸੀਂ ਭਾਈ ਨੰਦ ਲਾਲ ਨੂੰ ਅਸੀਂ ਮਾਰ ਮੁਕਾਉਣਾ, ਜਾਂ ਇਹਨੂੰ ਇਸਲਾਮ 'ਚ ਲੈ ਆਓ। ਮੈਂ ਚਾਹੁੰਦਾ ਵੀ ਦੁਨੀਆ ਦੇ ਤਖਤੇ ਤੇ ਇੰਨਾ ਵੱਡਾ ਵਿਦਵਾਨ ਹਿੰਦੂ ਨਹੀਂ ਚਾਹੀਦਾ, ਇੰਨਾ ਵੱਡਾ ਵਿਦਵਾਨ ਮੁਸਲਮਾਨ ਹੀ ਹੋਵੇ। ਜਦੋਂ ਬਹਾਦਰ ਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ, ਨੰਦ ਲਾਲ ਜੀ ਨੂੰ ਬਚਨ ਕਹਿਣ ਲੱਗੇ ਉਸਤਾਦ ਜੀ ਤੁਸੀਂ ਮੇਰੇ ਤੇ ਬੜਾ ਪਰਉਪਕਾਰ ਕੀਤਾ, ਮੈਨੂੰ ਤੁਸੀਂ ਵਿਦਿਆ ਉੱਚ ਕੋਟੀ ਦੀ ਦਿੱਤੀ ਹੈ, ਪਰ ਇੱਕ ਭਾਵਨਾ ਕਰਕੇ ਮੈਂ ਤੁਹਾਨੂੰ ਬਚਨ ਕਰ ਲੱਗਾ, ਮਿਹਰ ਕਰੋ ਤੁਸੀਂ ਇਸ ਘਰ ਨੂੰ ਛੱਡ ਕੇ, ਔਰੰਗਜ਼ੇਬ ਦੇ ਘਰ ਨੂੰ ਛੱਡ ਕੇ ਜਿੱਥੇ ਤੁਹਾਨੂੰ ਟਿਕਾਣਾ ਮਿਲੇ ਤੁਸੀਂ ਨਿਕਲ ਜਾਓ, ਕਿਉਂਕਿ ਤੁਹਾਨੂੰ ਹੁਣ ਮੁਸਲਮਾਨ ਬਣਨਾ ਪਏਗਾ ਜਾਂ ਤੁਹਾਨੂੰ ਮੌਤ ਦੇ ਘਾਟ ਉਤਾਰ ਦੇਣਾ। ਸਭ ਦਾ ਆਸਰਾ ਛੱਡ ਕੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਆਨੰਦਪੁਰ ਸਾਹਿਬ ਚਲੇ ਗਏ ਸਨ। ਜਦੋਂ ਸੱਚੀ ਸਰਕਾਰ ਦੇ ਚਰਨਾਂ 'ਚ ਗਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ। ਮੱਥਾ ਟੇਕ ਕੇ ਭਾਈ ਨੰਦ ਲਾਲ ਜੀ ਨੇ ਕਿਤਾਬ ਲਿਖੀ ਸੀ ਜਿਹਦਾ ਨਾਂ ਸੀ ਬੰਦਗੀਨਾਮਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਭੇਟ ਕਰਕੇ ਆਪਣੀ ਪੁਸਤਕ ਰਚਨਾ ਸੱਚੀ ਸਰਕਾਰ ਨੂੰ ਕਹਿੰਦਾ, ਦਾਤਾ ਤੁਹਾਡੀ ਕਿਰਪਾ ਨਾਲ ਮੈਂ ਕਿਤਾਬ ਦੇ ਕੁਝ ਬੋਲ ਲਿਖੇ ਨੇ। ਸੱਚੀ ਸਰਕਾਰ ਕਹਿਣ ਲੱਗੇ ਨੰਦ ਲਾਲ ਇਸ ਕਿਤਾਬ ਦਾ ਨਾਂ ਕੀ? ਦਾਤਾ ਤੁਹਾਡੀ ਕਿਰਪਾ ਨਾਲ ਇਸ ਕਿਤਾਬ ਦਾ ਨਾਂ ਰੱਖਿਆ ਬੰਦਗੀਨਾਮਾ। ਦਾਤਾ ਮਸਤਕ ਨਾਲ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਸੱਚੀ ਸਰਕਾਰ ਕਹਿੰਦੇ ਭਾਈ ਨੰਦ ਲਾਲ ਨਹੀਂ, ਤੇਰੀ ਇਸ ਕਿਤਾਬ ਦਾ ਨਾਂ ਬੰਦਗੀਨਾਮਾ ਨਹੀਂ, ਤੇਰੀ ਇਸ ਕਿਤਾਬ ਦਾ ਨਾਂ ਹੈ ਜ਼ਿੰਦਗੀਨਾਮਾ। ਜਿਹੜਾ ਇਸ ਤੇਰੇ ਬਚਨਾਂ ਨੂੰ ਪੜ੍ਹੇਗਾ ਉਹਨੂੰ ਜ਼ਿੰਦਗੀ ਜੀਣ ਦਾ ਢੰਗ ਮਿਲ ਜਾਏਗਾ। ਕਹਿਣ ਤੋਂ ਮੁਰਾਦ ਜਦੋਂ ਬੰਦਾ ਗੁਰੂ ਦੇ ਚਰਨਾਂ ਤੋਂ ਵਿਛੜਦਾ ਉਹਦੀ ਹਾਲਤ ਕੀ ਬਣਦੀ ਹੈ, ਤੇ ਜਦੋਂ ਗੁਰੂ ਦੇ ਚਰਨਾਂ ਵਿੱਚ ਗੁਰੂ ਦੀ ਸ਼ਰਨ 'ਚ ਚਲਾ ਜਾਏ ਉਹਨੂੰ ਮਾਲਕ ਤਰਸ ਕਰਕੇ ਕਿੱਥੋਂ ਤੱਕ ਆਪਣੇ ਵੱਲੋਂ ਨੂੰ ਪਹੁੰਚਾ ਦਿੰਦੇ ਨੇ। ਇੱਕ ਬਚਨ ਮੈਂ ਅਖੀਰ ਤੇ ਕਹਿ ਕੇ ਸੰਪੂਰਨਤਾ ਕਰ ਲੱਗਾ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ। ਉਹਨਾਂ ਥੋੜੇ ਦਿਨਾਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹਾਦਤ ਵਾਲਾ ਦਿਨ ਆਪ ਸੰਗਤਾਂ ਨੇ ਸਮੁੱਚੇ ਵਿਸ਼ਵ ਭਰ 'ਚ ਮਨਾਇਆ।
ਅੱਜ ਵੀ ਤੁਸੀਂ ਗੁਰਦੁਆਰਾ ਸਾਹਿਬ ਆਨੰਦਪੁਰ ਸਾਹਿਬ ਜਾਓ, ਜਿੱਥੇ ਸੱਚੀ ਸਰਕਾਰ ਜੀ ਥੜੇ ਤੇ ਸੱਚੀ ਸਰਕਾਰ ਸ਼ੋਭਤ ਨੇ, ਜਿੱਥੇ ਆਪਣੇ ਵੱਲੋਂ ਕਸ਼ਮੀਰੀ ਪੰਡਿਤ ਦੁਖੀ ਆ ਕੇ ਆਪਣੇ ਵੱਲੋਂ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਪਹੁੰਚਦੇ ਨੇ। ਆ ਕੇ ਉਹਨਾਂ ਨੇ ਬਚਨ ਕਿਹਾ, ਇਹ ਆਪਣੇ ਵੱਲੋਂ ਭੱਟ ਚਾਂਦ ਦੇ ਕਹੇ ਹੋਏ ਸ਼ਬਦ ਨੇ। ਕਹਿਣ ਲੱਗੇ, ਦੁਖੀ ਵਿਪਰ ਚੱਲ ਕੇ ਆਏ ਪੁਰੀ ਆਨੰਦ, ਬਾਂਹ ਅਸਾਡੀ ਪਕੜੀ ਹੈ ਸ੍ਰੀ ਹਰਗੋਬਿੰਦ ਕੇ ਚੰਦ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਲਾਲ, ਮੀਰੀ ਪੀਰੀ ਦੇ ਦਾਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਅੱਜ ਸਾਡੀ ਕਿਰਪਾ ਕਰਕੇ ਤੁਸੀਂ ਬਾਂਹ ਫੜੋ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰ ਤੇ ਜਦੋਂ ਬਚਨ ਕਹੇ, ਦੁਖੀ ਵਿਪਰ ਚੱਲ ਕੇ ਆਏ ਪੁਰੀ ਆਨੰਦ, ਬਾਂਹ ਅਸਾਡੀ ਪਕੜੀ ਹੈ ਸ੍ਰੀ ਹਰਗੋਬਿੰਦ ਕੇ ਚੰਦ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੀ ਰਸਨਾ ਤੋਂ ਇੱਕ ਬਚਨ ਕਿਹਾ ਜੋ ਭੱਟ ਚਾਂਦ ਦੇ ਕਹੇ ਹੋਏ ਸ਼ਬਦ ਨੇ। ਕਹਿਣ ਲੱਗੇ, ਉਹਨਾਂ ਰੋਂਦਿਆਂ ਨੇ ਕਿਹਾ, ਸਾਡੀ ਬਾਂਹ ਫੜੋ। ਤੇ ਅੱਗੋਂ ਇੱਕ ਦਰ ਐਸਾ, ਜਿਹੜੇ ਦਰ ਤੋਂ ਗੁਰੂ ਨਾਨਕ ਸਾਹਿਬ ਦੇ ਘਰ ਚੋਂ ਆਵਾਜ਼ ਆਈ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀ ਹੈ, ਮਨ ਲੋਚੈ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ, ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਂਹ ਨਾ ਛੋੜੀ ਹੈ। ਤੇਗ ਬਹਾਦਰ ਬੋਲਿਆ, ਤਰ ਪਿਆ ਧਰਮ ਨਾ ਛੋੜੀ ਹੈ। ਕਹਿਣ ਲੱਗੇ, ਜਿਸ ਦੀ ਵੀ ਬਾਂਹ ਘੁੱਟ ਕੇ ਫੜ ਲਈਏ, ਮਰ ਕੇ ਤਾਂ ਆਪਣੇ ਆਪ ਨੂੰ ਕੁਰਬਾਨ ਕਰ ਦਈਏ, ਪਰ ਜੀਂਦੇ ਜੀ ਕਿਸੇ ਦੇ ਧਰਮ ਨੂੰ ਛੱਡਣਾ ਨਹੀਂ ਚਾਹੀਦਾ। ਗੁਰੂ ਤੇਗ ਬਹਾਦਰ ਮਹਾਰਾਜ ਨੇ ਬਚਨ ਕਹਿ ਦਿੱਤਾ, ਤੁਹਾਡੇ ਵਾਸਤੇ ਆਪਣਾ ਮੈਂ ਸਭ ਕੁਝ ਕੁਰਬਾਨ ਕਰ ਦੇਣਾ। ਜੇ ਆਪਣੇ ਔਰੰਗਜ਼ੇਬ ਬਾਦਸ਼ਾਹ ਨੂੰ ਕਹਿ ਦਿਓ, ਜੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਇਸਲਾਮ 'ਚ ਲੈ ਆਓ, ਅਸੀਂ ਆਪਣੇ ਆਪ ਹੀ ਧਰਮ ਨੂੰ ਕਬੂਲ ਆਪਣੇ ਵੱਲੋਂ ਕਰ ਲਵਾਂਗੇ, ਇਸਲਾਮ ਨੂੰ। ਪਤਾ ਸੀ ਹੁਣ ਦਰ ਉਹਦਾ ਫੜਿਆ ਜਿਹੜਾ ਆਪਣੇ ਵੱਲੋਂ ਕਿਸੇ ਦੀ ਈਨ ਨੂੰ ਕਬੂਲ ਨਹੀਂ ਕਰੇਗਾ। ਗੁਰੂ ਤੇਗ ਬਹਾਦਰ ਮਹਾਰਾਜ ਸੱਚੀ ਸਰਕਾਰ ਨੇ ਤੋਰਿਆ, ਸਾਰੇ ਹਿੰਦੁਸਤਾਨ ਦੀ ਪੱਤ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੱਚੀ ਸਰਕਾਰ ਨੇ ਢਕਿਆ, ਜਿਹਦੇ ਬਾਰੇ ਦੋ ਸਦਰਾਂ ਨੇ ਪੰਜਾਬੀ ਦੇ ਕਵੀ ਦੀਆਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਾਬਤ ਤੋਂ ਕਹਿੰਦੇ ਨੇ, ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਸ ਤਰ੍ਹਾਂ ਕਿਰਪਾ ਵਰਤਾਈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਬੱਚਿਓ ਤੁਸੀਂ ਘਰੀ ਜਾਓ। ਸਤਿਗੁਰ ਕਿਹਾ, ਬੱਚਿਓ ਤੁਸੀਂ ਘਰੀ ਜਾਓ, ਸਿਰ ਦੇ ਕੇ ਸਤ ਬਚਾਂਗਾ ਮੈਂ, ਹਿੰਦੂ ਧਰਮ ਦੇ ਬੁਝ ਰਹੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਂਗਾ ਮੈਂ। ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ, ਹਿੰਦੂ ਮੰਦਿਰਾਂ ਦੇ ਦੀਵਿਆਂ 'ਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ। ਕਹਿਣ ਤੋਂ ਮੁਰਾਦ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਿੰਨੇ ਵੀ ਸ਼ਰਨ ਲਈ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨੂੰ ਕਦੇ ਆਪਣੇ ਦਰ ਤੋਂ ਨਿਰਾਸ਼ ਨਹੀਂ ਮੋੜਿਆ। ਕਿਉਂਕਿ ਮਾਲਕ ਬਾਣੀ 'ਚ ਕਹਿੰਦੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸੁਆਮੀ ਸੰਦਾ ਸਤਿਗੁਰ ਮਿਹਰ ਕਰੇ। 2021 ਵਿੱਚ ਬੜੇ ਦੁਨੀਆ ਵਿੱਚ ਲੋਕਾਂ ਨੇ ਦੁੱਖ ਸੁੱਖ ਹੰਢਾਏ ਨੇ, ਬਸ ਇਹੀ ਆਸ ਦੀ ਕਿਰਨ ਲੈ ਕੇ ਗੁਰੂ ਦੀ ਗੋਦ 'ਚ ਆਪਾਂ ਬੈਠੇ ਹਾਂ। 2022 ਜਿਹੜਾ ਨਵਾਂ ਸਾਲ ਆਰੰਭ ਹੋਣਾ, ਦਾਤਾ ਸਮੁੱਚੀ ਕਾਇਨਾਤ 'ਚ ਸੁੱਖ ਵਰਤਾਈ। ਅਸੀਂ ਤਾਂ ਆਪਣੇ ਪਰਿਵਾਰ ਦੀ, ਹਰ ਇੱਕ ਬੰਦਾ ਆਪਣੇ ਪਰਿਵਾਰ ਦੀ ਸੌਖੀ ਮੰਗੀ ਜਾ ਰਿਹਾ, ਪਰ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤੁਸੀਂ ਪੜੋਗੇ ਬੋਲ, ਮਾਲਕ ਕਹਿੰਦੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿੱਤੈ ਲਿਹੋ ਉਭਾਰ। ਗੁਰੂ ਨੇ ਆਪਣੇ ਪਰਿਵਾਰ ਦਾ ਭਲਾ ਨਹੀਂ ਮੰਗਿਆ, ਆਪਣੀ ਔਲਾਦ ਦਾ ਭਲਾ ਨਹੀਂ ਮੰਗਿਆ। ਗੁਰੂ ਕਲਗੀਧਰ ਸੱਚੀ ਸਰਕਾਰ ਨੇ ਜੋ ਕੁਝ ਮੰਗਿਆ ਸਾਡੇ ਲਈ ਮੰਗਿਆ। ਤਾਂ ਹੀ ਤਾਂ 4 ਦੇ 4 ਪੁੱਤਰ ਸ਼ਹੀਦ ਕਰਾ ਕੇ ਸੱਚੀ ਸਰਕਾਰ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਸਾਡੇ ਵਰਗੇ, ਜਿਹੜੇ ਤੁਹਾਡੇ ਵਰਗੇ ਮਹਾਨ ਗੁਰਸਿੱਖ ਨੇ, ਇਹਨਾਂ ਵੱਲ ਇਸ਼ਾਰਾ ਕਰਕੇ ਗੁਰੂ ਨੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤਚਾਰ, 4 ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੁਹਾਡੇ ਤੇ ਮਾਣ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ, ਸੇਵ ਕਰੀ इन्हीं की भावत और की सेव सुहात न जी को, आज्ञा दियो इन्हीं को भलो और को दान न लागत निको। जो कुछ मेरे कोल है ये केवल सिखां दी बदौलत है। ऐसे गुरु नानक साहब दा घर सारियां दे सुख दी कामना करदा है। एक एक पल साडा गुरु दी गोद च बतीत होवे, जिहदा सदका असीं गुरु दे चरनां विच एक ही अरदास करनी है, विसर नाहीं दातार अपना नाम देहो, गुण गावां दिन रात नानक चाओ एहो। सतगुर मेहर करन। ਇਹ ਪਵਿੱਤਰ ਸ਼ਬਦ ਦੇ
ਬਚਨ ਸਾਡੀ ਜ਼ਿੰਦਗੀ ਦਾ ਸਰਮਾਇਆ ਬਣ ਜਾਣ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ, ਜਿਨ੍ਹਾਂ ਨੇ ਤਰਸ ਕਰਕੇ ਆਪਣੀ ਗੋਦ ਵਿੱਚ ਬਿਠਾ ਕੇ ਆਪਣੇ ਬਚਨਾਂ ਦੀ ਵਿਚਾਰ ਕਰਾਈ ਹੈ। ਆਪ ਰੱਬ ਰੂਪ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਨੇ ਬੜੇ ਪਿਆਰ ਨਾਲ ਇਕਾਗਰ ਚਿੱਤ ਹੋ ਕੇ ਗੁਰੂ ਦੇ ਸ਼ਬਦ ਨੂੰ ਸੁਣਿਆ। ਪ੍ਰਬੰਧਕ ਕਮੇਟੀ ਸਰਕਾਰੀਓ ਕੰਗ ਸਾਹਿਬ, ਪ੍ਰਬੰਧਕ ਕਮੇਟੀ ਵਿੱਚੋਂ ਸਕੱਤਰ ਸਾਹਿਬ ਸਰਦਾਰ ਹਰਮਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪ ਰੱਬ ਰੂਪ ਸੰਗਤਾਂ ਦੇ ਦੀਦਾਰ ਕਰਾਏ, ਸਾਰਿਆਂ ਦਾ ਹੀ ਧੰਨਵਾਦ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਕੱਲ੍ਹ ਦੇ ਦੀਵਾਨਾਂ ਵਿੱਚ ਫਿਰ ਆਪਾਂ ਆਪ ਸੰਗਤਾਂ ਦੇ ਦੀਦਾਰ ਕਰਾਂਗੇ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਹ ਸਨ ਗਿਆਨੀ ਲਖਵਿੰਦਰ ਸਿੰਘ ਜੀ ਕੈਂਥਲ, ਜੋ ਥੋੜ੍ਹੇ ਹੀ ਦਿਨ ਪਹਿਲਾਂ ਇੰਡੀਆ ਤੋਂ ਪਹੁੰਚੇ ਹਨ। ਗਿਆਨੀ ਜੀ ਹੁਣਾਂ ਦਾ ਗੁਰੂ ਘਰ ਦੇ ਸਮੁੱਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਵੀ ਗਿਆਨੀ ਜੀ ਹੁਣੀ ਇੱਕ ਹਾਜ਼ਰੀ ਦੇ ਵਿੱਚ ਆਪ ਜੀਆਂ ਨੂੰ ਗੁਰਮਤਿ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ। ਅਤੇ ਹੁਣ ਸੰਗਤ ਜੀ, ਮੈਂ ਬੇਨਤੀ ਕਰਾਂਗਾ, ਕੀਰਤਨੀ ਜਥਾ ਭਾਈ ਭੁਪਿੰਦਰ ਸਿੰਘ ਜੀ ਗੁਰੂ ਕੀ ਕਾਂਸ਼ੀ ਵਾਲੇ ਆਪ ਜੀਆਂ ਨੂੰ 10:10 ਤੱਕ ਗੁਰਬਾਣੀ ਦੇ ਕੀਰਤਨ ਦੇ ਨਾਲ ਨਿਹਾਲ ਕਰਨਗੇ। ਇਹਨਾਂ ਤੋਂ ਉਪਰੰਤ ਸਿੰਘ ਜੀ ਆਪਣੇ ਕੋਲ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਪਹੁੰਚੇ ਹੋਏ ਹਨ। ਉਹ ਆਪ ਜੀਆਂ ਨੂੰ ਗੁਰਮਤਿ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ। ਉਪਰੰਤ ਭਾਈ ਪ੍ਰਿਤਪਾਲ ਸਿੰਘ ਜੀ ਹੁਣਾਂ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਗੁਰਬਾਣੀ ਦੀ ਕੀਰਤਨ ਦੇ ਨਾਲ ਨਿਹਾਲ ਕਰੇਗਾ। ਅੰਤ ਵਿੱਚ ਆਪ ਜੀਆਂ ਨੂੰ ਗੁਰੂ ਘਰ ਦਾ ਹਜ਼ੂਰੀ ਜਥਾ ਗੁਰਬਾਣੀ ਦੇ ਕੀਰਤਨ ਦੇ ਨਾਲ, ਸਿਮਰਨ ਦੇ ਨਾਲ ਜੋੜੇਗਾ। ਆਪ ਸਾਰੀਆਂ ਹੀ ਸੰਗਤਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਉਣ ਵਾਲਾ ਇਹ ਸਾਲ ਸਭ ਲਈ ਚੜ੍ਹਦੀ ਕਲਾ ਵਿੱਚ ਬਤੀਤ ਹੋਵੇ। ਨਾਲ ਹੀ ਸੰਗਤ ਜੀ, ਕੱਲ੍ਹ ਵੀ ਸਹੀ ਤਰ੍ਹਾਂ ਸਾਰਾ ਹੀ ਦਿਨ ਗੁਰਮਤਿ ਸਮਾਗਮ ਲਿਖੇ ਗਏ ਹਨ। ਸਵੇਰ ਤੋਂ ਹੀ ਤਕਰੀਬਨ 8:30-9 ਵਜੇ ਤੋਂ ਸਮਾਗਮ ਆਰੰਭ ਹੋ ਜਾਣੇ ਹਨ, ਜੋ ਕਿ 8:30 ਵਜੇ ਤੱਕ ਚੱਲਣਗੇ। ਆਪ ਜੀਆਂ ਨੇ ਕੱਲ੍ਹ ਵੀ ਇਸੇ ਤਰ੍ਹਾਂ ਦੀਵਾਨਾਂ ਦੀ ਹਾਜ਼ਰੀ ਭਰਨੀ ਜੀ। ਹਾਲ ਨੰਬਰ 1 ਵਿੱਚ ਸੰਗਤ ਜੀ, ਭਾਈ ਮਹਿੰਦਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਲੋਹੜੀ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਜਪਜੀ ਸਾਹਿਬ ਸਮੇਤ ਆਰੰਭ ਹਨ। 3 ਦਿਨ ਦੇਗ ਅਤੇ ਲੰਗਰਾਂ ਦੀਆਂ ਸੇਵਾਵਾਂ ਪਰਿਵਾਰਾਂ ਵੱਲੋਂ ਹੋ ਰਹੀਆਂ ਹਨ। ਕੱਲ੍ਹ ਸ਼ਨਿਚਰਵਾਰ ਮੱਧ ਦੀ ਅਰਦਾਸ ਹੋਵੇਗੀ। ਸ਼ਹੀਦੀ ਦਿਹਾੜਾ ਭਾਈ ਗੁਰਦੇਵ ਸਿੰਘ ਜੀ ਕੌਂਕੇ ਅਤੇ ਨਾਲ ਹੀ ਸੰਗਤ ਜੀ, ਹਾਲ ਨੰਬਰ 2 ਵਿੱਚ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਯਾਦ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਜਪਜੀ ਸਾਹਿਬ ਸਮੇਤ ਆਰੰਭ ਹੋਣਗੇ। 3 ਦਿਨ ਦੇਗ ਅਤੇ ਲੰਗਰਾਂ ਦੀਆਂ ਸੇਵਾਵਾਂ ਪਰਿਵਾਰਾਂ ਵੱਲੋਂ ਹੋਣਗੀਆਂ। ਐਤਵਾਰ ਨੂੰ ਸੰਗਤ ਜੀ, ਮੱਧ ਦੀ ਅਰਦਾਸ ਹੋਵੇਗੀ। ਭਾਈ ਮਹਿੰਦਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ